ਵੇਖੋ ਜੀ, ਇਹ ਮੀਟਿੰਗ ਦਾ ਜਿਹੜਾ ਮੇਨ ਏਜੰਡਾ ਇਹ ਆ ਕਿ ਅੱਜ ਤੋਂ 20 ਦਿਨ ਲਗਭਗ ਪੁਰਾਣਾ ਇਹਨਾਂ ਨੇ ਇੱਕ ਪ੍ਰਾਪਰਟੀ ਯੂਨੀਅਨ ਨੇ ਧਰਨਾ ਲਾਇਆ ਸੀ ਤਰਨਤਾਰਨ ਜ਼ਿਲ੍ਹੇ 'ਚ ਐਸਡੀਐਮ ਆਫਿਸ ਦੇ ਬਾਹਰ। ਤੇ ਜਦੋਂ ਧਰਨਾ ਲੱਗਾ, ਧਰਨਾ 5-6 ਦਿਨ ਲੱਗਾ ਰਿਹਾ ਲਗਾਤਾਰ। ਇੱਥੇ ਉਹਨਾਂ ਦੀ ਕੋਈ ਸਾਡੇ ਆਮ ਆਦਮੀ ਪਾਰਟੀ ਦਾ ਆਗੂ ਕੋਈ ਸਾਰ ਲੈਣ ਨਾ ਆਇਆ। ਤੇ ਫਿਰ ਮੇਰੇ ਕੋਲ ਪਾਰਟੀ ਦੀ ਸੇਵਾ ਵਾ, ਆਮ ਆਦਮੀ ਪਾਰਟੀ ਯੂਥ ਜੁਆਇੰਟ ਸੈਕਟਰੀ ਪੰਜਾਬ ਦੀ ਮੇਰੇ ਕੋਲ ਸੇਵਾ ਵਾ। ਤੇ ਜਦੋਂ ਮੈਨੂੰ 5-6 ਦਿਨ ਮੈਂ ਵੇਖਿਆ, ਮੈਂ ਚਾਹੁੰਦਾ ਸੀ ਸਾਡੇ ਹਲਕੇ ਦਾ ਐਮਐਲਏ ਜਾਵੇ ਤੇ ਇਹਨਾਂ ਦਾ ਦੁੱਖ ਤਕਲੀਫ ਸੁਣੇ, ਪਰ ਐਮਐਲਏ ਸਾਹਿਬ ਪਤਾ ਨਹੀਂ ਕਿਹੜੀ ਗੱਲੋਂ ਇੱਥੇ ਨਹੀਂ ਆਏ। ਤੇ ਫਿਰ ਇੱਥੇ ਮੈਂ ਆਣ ਕੇ ਇਹਨਾਂ ਦੀ ਗੱਲਬਾਤ ਸੁਣੀ। ਨਾਲ ਮੇਰੇ ਗੁਰਵਿੰਦਰ ਸਿੰਘ ਬੈੜਵਾਲ ਚੇਅਰਮੈਨ ਜਿਹੜੇ ਯੋਜਨਾ ਬੋਰਡ ਦੇ ਆ, ਤੇ ਨਾਲ ਰਜਿੰਦਰ ਸਿੰਘ ਜੀ ਉਸਮਾ ਜਿਹੜੇ ਆਪਣੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਆ, ਉਹ ਤੇ ਮੈਂ, ਅਸੀਂ ਆਮ ਆਦਮੀ ਪਾਰਟੀ ਦੇ ਇੱਕ ਲਖਵਿੰਦਰ ਸਿੰਘ ਸਾਡਾ ਖਜ਼ਾਨਚੀ ਜ਼ਿਲ੍ਹੇ ਦਾ, ਅਸੀਂ 4 ਆਗੂਆਂ ਨੇ ਆਣ ਕੇ ਆਮ ਆਦਮੀ ਪਾਰਟੀ ਦੇ ਇਹਨਾਂ ਨੂੰ ਭਰਾਵਾਂ ਨੂੰ ਪੁੱਛਿਆ ਵੀ ਤੁਸੀਂ ਕਿਹੜੀਆਂ ਮੰਗਾਂ, ਕੀ ਗੱਲਬਾਤ ਆ। ਚਲੋ ਅਸੀਂ ਇਹਨਾਂ ਦੀ ਗੱਲਬਾਤ ਸੁਣੀ ਅਤੇ ਡੀਸੀ ਸਾਹਿਬ ਨਾਲ ਕੀਤੀ, ਤੇ ਡੀਸੀ ਸਾਹਿਬ ਨੇ ਐਸਡੀਐਮ ਨੂੰ ਕਿਹਾ ਕਿ ਇਹਨਾਂ ਦੀਆਂ ਮੰਗਾਂ ਜਾਇਜ਼ ਜਵਾਬ ਮੰਨ ਕੇ ਤੇ ਧਰਨਾ ਉਠਾਇਆ ਜਾਵੇ। ਤੇ ਉਸ ਤੋਂ ਬਾਅਦ ਐਸਡੀਐਮ ਸਾਹਿਬ ਸਾਡੇ ਕੋਲ ਉੱਥੇ ਆਇਆ ਬੰਦਿਆਂ ਦੇ ਵਿੱਚ, ਅਸੀਂ ਵੀ ਚਾਰੇ ਉੱਥੇ ਮੌਜੂਦ ਸੀ ਆਮ ਆਦਮੀ ਪਾਰਟੀ ਦੇ ਆਗੂ। ਤੇ ਐਸਡੀਐਮ ਸਾਹਿਬ ਨੇ ਆਣ ਕੇ ਆਖਿਆ ਹਾਂਜੀ ਨਜਾਇਜ਼ ਰੇਟ ਜਿਹੜੇ ਗਲਤ ਬਣ ਗਏ ਆ, ਕਿਸੇ ਨੇ ਗਲਤ ਰਿਪੋਰਟ ਦਿੱਤੀ ਤੇ ਗਲਤ ਰੇਟ ਬਣ ਗਏ ਆ, ਗਲਤੀ ਹੋ ਗਈ ਆ, ਤੇ ਆਪਾਂ ਇਹਨਾਂ ਨੂੰ ਦੁਬਾਰਾ ਤੋਂ ਵਿਸਤਾਰ ਕਰ ਦਿੰਦੇ ਆ ਵੀ ਜੋ ਆਮ ਜ਼ਿਲ੍ਹਿਆਂ ਦੇ ਵਿੱਚ ਰੇਟ ਉਹਦੇ ਤਰੀਕੇ ਦੇ ਨਾਲ ਲਿਸਟ ਬਣਾ ਕੇ ਇਹਨੂੰ ਰੈਗੂਲਰ ਚਾਲੂ ਕਰਾ ਦਿੰਦੇ ਆ, ਮਤਲਬ ਕਾਇਦਾ ਕਾਨੂੰਨ ਇਹਦਾ ਬਦਲ ਕੇ। ਤੇ ਜਿੱਧਰ ਬਾਕੀ ਜ਼ਿਲ੍ਹਿਆਂ ਦਾ ਜੋ ਪਰਸੈਂਟ 'ਚ ਰੇਟ ਵਧਿਆ ਉਹ ਵੀ ਤਰਨਤਾਰਨ ਦਾ ਵੀ ਉਨਾ ਹੀ ਵਧਣਾ ਚਾਹੀਦਾ, ਕਿਉਂਕਿ 15% ਰੇਟ ਜਿਹੜਾ ਡਿਪਾਰਟਮੈਂਟ ਨੇ ਵਧਾਇਆ, ਸਾਡੇ ਪੰਜਾਬ ਸਰਕਾਰ ਨੇ ਜਿਹੜਾ ਸਟਾਂਪ ਡਿਊਟੀ ਆ, ਤੇ 15% ਹੀ ਤੇ ਵਧਣਾ ਚਾਹੀਦਾ, ਇੱਥੇ 70% ਵਧਾਇਆ। ਉਸ ਕਰਕੇ ਵਿਰੋਧ ਕਰ ਰਹੇ ਸੀ। ਬਾਕੀ ਹੋਰ ਕੋਈ ਐਨਓਸੀ ਦੀਆਂ ਗੱਲਾਂ ਬਾਤਾਂ ਹੈਗੀਆਂ, ਜਿਵੇਂ ਪੁਰਾਣਾ ਸ਼ਹਿਰ ਦੇ ਵਿੱਚ ਏਰੀਆ ਆਉਂਦਾ ਉੱਥੇ ਐਨਓਸੀ ਦੀ ਲੋੜ ਨਹੀਂ, ਜਾਂ ਸ਼ਹਿਰੋਂ ਜਿਹੜਾ ਜ਼ਿਆਦਾ ਦੂਰ ਪਿੰਡਾਂ 'ਚ ਏਰੀਆ ਆਉਂਦਾ ਉਹਦੀ ਵੀ ਐਨਓਸੀ ਦੀ ਲੋੜ ਨਹੀਂ। ਕਈ ਸ਼ਰਤਾਂ ਸੀ, ਇਹਨਾਂ 4-5 ਸ਼ਰਤਾਂ ਜਿਹੜੀਆਂ ਰੱਖੀਆਂ ਸੀ ਉਹ ਸਾਰੀਆਂ ਜਾਇਜ਼ ਸੀ, ਤੇ ਐਸਡੀਐਮ ਨੇ ਉਸ ਦਿਨ ਮੰਨੀਆਂ। ਜਿਵੇਂ ਮੰਨ ਲਓ ਇੱਕ ਸ਼ਰਤ ਇਹਨਾਂ ਦੀ ਮੇਨ ਇਹ ਵੀ ਸੀ ਕਿ ਜੇ ਕੋਈ 2 ਕਨਾਲਾਂ ਜੇ ਕਨਾਲਾਂ ਦੇ ਪੈਸੇ ਟੈਕਸ ਕਰ ਦਿੰਦਾ ਸਰਕਾਰ ਨੂੰ ਪੇ ਕਰ ਦਿੰਦਾ ਪਲਾਟ ਦੀ, ਤੇ ਉਹਨੇ ਉਸ ਪਲਾਟ ਨੂੰ 2 ਜਗ੍ਹਾ ਜਾਂ 3 ਜਗ੍ਹਾ ਕਰਕੇ ਟੋਟਿਆਂ 'ਚ ਵੇਚਣਾ ਹੁੰਦਾ ਸੀ, ਤੇ ਉਹਦੇ ਵਿੱਚ ਰਜਿਸਟਰੀ ਨਹੀਂ ਸੀ ਹੁੰਦੀ। ਇਹਨਾਂ ਕਿਹਾ ਜਦੋਂ ਬਣਦਾ ਟੈਕਸ ਹੀ ਦੇ ਦੇਣਾ ਸੀ ਸਰਕਾਰ ਨੂੰ, ਜੋ ਸਰਕਾਰ ਨੇ ਮੰਗਿਆ ਗਜਾਂ ਦੇ ਹਿਸਾਬ ਨਾਲ, ਉਹਨੂੰ ਅਸੀਂ ਭਾਵੇਂ 2 ਜਗ੍ਹਾ ਵੇਚੀਏ 3 ਜਗ੍ਹਾ ਵੇਚੀਏ, ਸਾਡੀ ਰੋਕ ਟੋਕ ਨਹੀਂ ਹੋਣੀ ਚਾਹੀਦੀ। ਪਰ ਚਲੋ ਉਸ ਦਿਨ ਐਸਡੀਐਮ ਵੀ ਇਸ ਗੱਲ ਨੂੰ ਵੀ ਮੰਨੇ ਵੀ ਠੀਕ ਹੈ, ਤੁਸੀਂ ਜੇ ਬਣਦਾ ਟੈਕਸ ਪੇ ਕਰਦੇ ਹੋ ਤਾਂ ਸਾਨੂੰ ਕੀ ਆ, ਤੁਸੀਂ 2 ਜਗ੍ਹਾ ਵੇਚ ਲਓ, 3 ਜਗ੍ਹਾ ਵੇਚ ਲਓ। ਕਹਿਣ ਦਾ ਭਾਵ ਜਿੰਨੀਆਂ ਮੰਗਾਂ ਇਹਨਾਂ ਮੰਨੀਆਂ ਸੀ ਸਾਰੀਆਂ ਨੂੰ ਜਾਇਜ਼ ਮੰਨ ਕੇ ਸਾਰੇ ਮੀਡੀਆ ਦੇ ਸਾਹਮਣੇ ਹਾਂ ਕਰਕੇ ਤੇ ਇਹ ਜਿਹੜਾ ਧਰਨਾ ਉਠਵਾਇਆ। ਹੁਣ ਕੀ ਆ ਕਿ ਹੁਣ ਜਿਹੜੀ ਸਾਡੀ ਆਮ ਆਦਮੀ ਪਾਰਟੀ ਆ ਉਹਦੀ ਵੀ ਇੱਕ ਇੱਜ਼ਤ ਦਾ ਸਵਾਲ ਆ, ਕਿਉਂਕਿ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਆਣ ਕੇ, ਐਸਡੀਐਮ ਸਾਹਿਬ ਨੇ ਆਣ ਕੇ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਕੇ ਧਰਨਾ ਉਠਾਇਆ ਸੀ। ਪਰ ਅੱਜ ਨਾ ਤੇ ਸਾਡੇ ਆਗੂਆਂ ਦੀ ਕੋਈ ਮੰਨ ਰਿਹਾ ਹੋ, ਸਾਡੀ ਜਿਹੜੀ ਇਨਸਲਟ ਹੋ ਰਹੀ, ਸਾਡੀ ਵੋਟ ਸਪੋਰਟ ਟੁੱਟ ਰਹੀ ਇਸ ਗੱਲ ਨਾਲ। ਜਿੱਥੇ ਪਾਰਟੀ ਦੇ ਆਗੂਆਂ ਦੀ ਮੰਨੀ ਨਾ ਜਾਵੇ, ਸੁਣੀ ਨਾ ਜਾਵੇ, ਮੀਡੀਆ 'ਚ ਗੱਲ ਕਰਕੇ ਮੁੱਕਰਿਆ ਜਾਵੇ, ਪ੍ਰਸ਼ਾਸਨ ਮੁੱਕਰੇ, ਉੱਥੇ ਆਮ ਆਦਮੀ ਪਾਰਟੀ ਆਗੂਆਂ ਦੀ ਫਿਰ ਦੱਸੋ ਕਦਰ ਜਿਹੜੀ ਘਟਦੀ ਆ। ਇਸ ਕਰਕੇ ਅਸੀਂ ਅੱਜ ਫਿਰ ਦੁਬਾਰਾ, ਉਸ ਤੋਂ ਬਾਅਦ ਇੱਕ ਵਾਰ ਫਿਰ ਅੱਜ ਤੋਂ 10 ਦਿਨ ਪਹਿਲਾਂ ਐਸਡੀਐਮ ਸਾਹਿਬ ਨੂੰ ਮਿਲੇ ਵੀ ਐਸਡੀਐਮ ਸਾਹਿਬ ਤੁਸੀਂ ਉਹਦੇ ਨਾਲ ਗੱਲਾਂ ਕੀਤੀਆਂ ਸੀ, ਤੁਸੀਂ ਸਾਰੇ ਕਾਇਦੇ ਕਾਨੂੰਨ ਵਾਪਸ ਲੈਣ ਦੀ, ਬਾਕੀ ਜ਼ਿਲ੍ਹਿਆਂ ਦੇ ਨਾਲ ਮਿਲਦੇ ਜੁਲਦੇ ਦੇ ਰੇਟ ਕਰਨ ਦੀ ਸਾਰੀ ਗੱਲਬਾਤ ਕੀਤੀ ਸੀ, ਤੇ ਹੁਣ ਇਹਨੂੰ ਲਾਗੂ ਕਿਉਂ ਨਹੀਂ ਕਰਦੇ। ਉਸ ਗੱਲ ਨੂੰ ਜਾਣ ਬੁੱਝ ਕੇ ਐਸਡੀਐਮ ਸਾਹਿਬ ਪਤਾ ਨਹੀਂ ਕਿਹੜੀ ਗੱਲੋਂ ਦਿਨ ਟਪਾ ਰਿਹਾ, ਤੇ ਇੱਕ ਸ਼ਹਿਰ ਦੇ ਵਿੱਚ ਨਵੀਂ ਯੂਨੀਅਨ, ਜਾਲੀ ਯੂਨੀਅਨ ਬਣਾ ਰਿਹਾ। ਜਾਲੀ ਯੂਨੀਅਨ ਬਣਾ ਕੇ ਐਸਡੀਐਮ ਉਹਨਾਂ ਨਾਲ ਗੱਲਬਾਤ ਕਰਕੇ, ਮਸ਼ਵਰਾ ਕਰਕੇ, ਤੇ ਜਾਲੀ ਯੂਨੀਅਨ ਇਹ ਮੇਰੇ ਕੋਲ ਡਿਮਾਂਡ ਰੱਖੂਗੀ। ਇਹੋ ਮੰਗਾਂ ਜਿਹੜੀਆਂ ਇਹਨਾਂ ਭਰਾਵਾਂ ਨੇ ਮੰਗੀਆਂ ਸੀ, ਕਿ ਉਹ ਯੂਨੀਅਨ ਜਾਲੀ ਬਣਾ ਕੇ ਦਵਾ ਤਿਆਰ ਦਿਹਾੜੀ 'ਚ ਕਰਕੇ ਅਸੀਂ ਤਾਂ ਉਹਨੂੰ ਜਾਲੀ ਯੂਨੀਅਨ ਕਵਾਂਗੇ। ਜਦੋਂ ਯੂਨੀਅਨਾਂ ਤੇ ਪਹਿਲਾਂ ਦੀਆਂ ਬਣੀਆਂ ਹੁੰਦੀਆਂ ਸਮੇਂ ਦੀਆਂ ਜਿਹੜੀ ਚੱਲਣ ਦਈਆਂ, ਉਹਨਾਂ ਯੂਨੀਅਨਾਂ ਨੇ ਧਰਨਾ ਲਾਇਆ, ਉਹਨਾਂ ਨੇ ਵਿਰੋਧ ਕੀਤਾ, ਉਹਨਾਂ ਨੇ ਮੰਗਾਂ ਮਨਾਈਆਂ। ਅੱਜ ਇੱਕ ਜਾਲੀ ਯੂਨੀਅਨ ਤਿਆਰ ਹੁੰਦੀ, 4 ਵਜੇ ਜਾਲੀ ਯੂਨੀਅਨ ਤਿਆਰ ਹੋਣੀ ਆ, ਉਹਨੇ ਫਿਰ ਸਾਡੇ ਐਸਡੀਐਮ ਸਾਹਿਬ ਦਾ ਡਿਮਾਂਡ ਰੱਖਣੀ ਆ, ਤੇ ਉਹਨਾਂ ਦੀਆਂ ਮੰਗਾਂ ਨੂੰ ਉਹਨੇ ਕਬੂਲ ਕਰਨਾ ਵਾ। ਕਿਉਂਕਿ ਗੁਰਦੇਵ ਸਿੰਘ ਸੰਧੂ ਉਸ ਦਿਨ ਆਇਆ ਸੀ, ਚੇਅਰਮੈਨ ਸਾਹਿਬ ਆਏ ਸੀ, 2 ਚੇਅਰਮੈਨ ਸਾਹਿਬ ਆਏ ਸੀ, ਉਹਨਾਂ ਦੀ ਇਨਸਲਟ ਕਰਨੀ ਆ, ਨਾਲ ਇਸ ਯੂਨੀਅਨ ਦੀ ਇਨਸਲਟ ਕਰਨੀ ਆ ਕਿ ਮੈਂ ਇਹਨਾਂ ਨੂੰ ਮੰਨਦਾ ਨਹੀਂ। ਆਪਦੇ ਚਹੇਤਿਆਂ ਨੂੰ ਖੜੇ ਕਰਕੇ ਛੋਟੀ ਜਿਹੀ ਉਹਨਾਂ ਦੀ ਜਾਲੀ ਯੂਨੀਅਨ ਬਣਾ ਕੇ ਉਹਨਾਂ ਕੋਲ ਮੰਗਾਂ ਆ ਕੇ ਮੰਨਣੀਆਂ ਵਾ। ਇਸ ਕਰਕੇ ਸਾਨੂੰ ਇਹ ਇਤਰਾਜ਼ ਵਾ, ਕਿਉਂਕਿ ਇਹ ਬੰਦੇ ਰਿਸਪੈਕਟਫੁਲ ਆ, ਸਾਡੇ ਸ਼ਹਿਰ ਦੀ ਕਰੀਮ ਆ, ਰੀੜ ਦੀ ਹੱਡੀ ਸ਼ਹਿਰ ਦੀ ਇਹ ਬੰਦੇ ਬੈਠੇ ਆ। ਜੇ ਇਹਨਾਂ ਦੀ ਇਨਸਲਟ ਵਾ ਤੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ, ਕਿਉਂਕਿ ਆਫਿਸਰਾਂ ਨੂੰ ਇਹੋ ਜਿਹੀ ਸ਼ੋਭਾ ਨਹੀਂ ਦਿੰਦੀ ਕਿ ਕਿਸੇ ਦੀ ਤਰਫਦਾਰੀ ਕਰਨ ਲਓ। ਜਿਹੜੀ ਯੂਨੀਅਨ ਬਣੀ ਆ ਉਹਨੂੰ ਉਦੋਂ ਮੰਨ ਕੇ, ਮੰਗਾਂ ਮੰਨ ਕੇ ਗਿਆ। ਉਸ ਦਿਨ ਕਿਹੜੀ ਯੂਨੀਅਨ ਗਾੜੀ ਮੰਗਾਂ ਮੰਨ ਕੇ ਗਿਆ ਸੀ? ਉਹ ਜਿਹੜੀ ਅੱਜ ਨਵੀਂ ਯੂਨੀਅਨ ਬਣਾਉਣ ਲੱਗਾ, ਉਸ ਦਿਨ ਕਿਹੜੀ ਯੂਨੀਅਨ ਸੀ ਉਹਨਾਂ ਬੰਦਿਆਂ 'ਚੋਂ ਜਿਨ੍ਹਾਂ ਕੋਲ ਮੰਗਾਂ ਮੰਨ ਕੇ ਗਿਆ ਸੀ ਉਹ? ਇਸ ਕਰਕੇ ਇਹੋ ਜਿਹੀਆਂ ਸ਼ੋਭਾ ਨਹੀਂ ਦਿੰਦੀਆਂ ਇਹੋ ਜਿਹੀਆਂ ਗੱਲਾਂ ਐਸਡੀਐਮਾਂ ਨੂੰ, ਸੀਨੀਅਰ ਅਫਸਰਾਂ ਨੂੰ। ਉਹਨਾਂ ਨੂੰ ਚਾਹੀਦਾ ਸੀ ਜੀ ਇਹਨਾਂ ਨੂੰ ਮੰਗਾਂ ਮੰਨੀਆਂ ਸੀ, ਉਹ ਮੰਗਾਂ ਨੂੰ ਪ੍ਰਵਾਨ ਕਰ ਲਿਆ ਸੀ, ਉਹਨਾਂ ਨੂੰ ਲਾਗੂ ਕਰਾਉਣਾ ਚਾਹੀਦਾ ਸੀ। ਵੇਖੋ ਜੀ, ਮੈਂ ਤੇ ਇਹਨੂੰ ਕਰੈਪਟ ਅਫਸਰ ਦਾ ਨਾਂ ਦਿੱਤਾ। ਕਰੈਪਟ ਅਫਸਰ ਕੁਛ ਵੀ ਕਰ ਸਕਦਾ। ਇੱਥੇ ਮਾਇਆਧਾਰੀ ਲੋਕ ਹੈਗੇ ਆ, ਕਈ ਕਹਿੰਦੇ ਆ ਵੀ ਮੈਂ ਪ੍ਰਧਾਨ ਹੋਣਾ ਚਾਹੀਦਾ, ਕੋਈ ਕਹਿੰਦਾ ਮੈਂ ਯੂਨੀਅਨ ਦਾ ਆਗੂ ਹੋਣਾ ਚਾਹੀਦਾ। ਉਹ ਕਰੈਪਟ ਲੋਕ, ਜਿਹੜਾ ਕਰੈਪਟ ਅਫਸਰ ਹੁੰਦਾ ਉਹ ਕਿਸੇ ਨੂੰ ਵੀ ਨਿਆਂ ਦੇਣ ਦੀ ਕੋਈ ਆਸ ਨਹੀਂ ਹੁੰਦੀ। ਕੀ ਪਤਾ ਉਹ ਯੂਨੀਅਨ ਜਾਲੀ ਕਾਹਦੇ ਵਾਸਤੇ ਬਣਾਉਣ ਦਿਆ, ਇਹ ਤੇ ਅਫਸਰਾਂ ਨੂੰ ਪਤਾ ਹੋਊ।
ਜਦੋਂ ਯੂਨੀਅਨ ਬਣੀ ਆ ਉਹਨੂੰ ਨਿਆਂ ਦਿੱਤਾ ਤੇ ਜਾਲੀ ਯੂਨੀਅਨ ਤਿਆਰ ਕਰਕੇ ਤੇ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਇਹੋ ਚੀਜ਼ ਡਿਮਾਂਡ ਮੇਰੇ ਕੋਲ ਕਰੋ ਤੇ ਮੈਂ ਮੰਗਾਂ ਮੰਨ ਲੂੰ ਤੁਹਾਡੀਆਂ। ਤੇ ਜਿਹੜੇ ਆਹ ਭਰਾ ਬੈਠੇ ਆਪਾਂ 100 ਬੰਦਾ 200 ਆਣ ਕੇ ਬੈਠਾ, ਸ਼ਹਿਰ ਦੀ ਕਰੀਮ, ਰੀੜ ਦੀ ਹੱਡੀ, ਕਲੋਨਾਈਜ਼ਰ, ਫਾਈਨਾਂਸਰ, ਰਿਸਪੈਕਟ ਵਾਲੇ ਬੰਦੇ ਬੈਠੇ, ਇਹਨਾਂ ਨੂੰ ਕੀ ਜਵਾਬ ਅਸੀਂ ਦੇਵਾਂਗੇ? 4 ਬੰਦੇ ਅਸੀਂ ਪਾਰਟੀ ਦੇ ਸੀ, ਅੱਜ ਅਸੀਂ ਪਾਰਟੀ ਦੇ 8 ਆਦਮੀ ਜ਼ਿੰਮੇਵਾਰ ਆਏ ਆ, 4 ਬਲਾਕ ਪ੍ਰਧਾਨ ਇਸ ਗੱਲ ਨਾਲ ਸਹਿਮਤ ਆ ਜ਼ਿਲ੍ਹੇ ਦੇ, ਤਰਨਤਾਰਨ ਦੇ, ਤੇ ਜ਼ਿਲ੍ਹਾ ਪ੍ਰਧਾਨ ਅਜੂ ਵਰਮਾ ਜੀ ਆ, ਮੈਂ ਜਨਰਲ ਸੈਕਟਰੀ ਪੰਜਾਬ ਦਾ, ਮੇਰੇ ਕੋਲ ਅਹੁਦੇਦਾਰੀ ਪਾਰਟੀ ਦੀ, ਗੁਰਵਿੰਦਰ ਸਿੰਘ ਬੈਡਵਲ ਜ਼ਿਲ੍ਹੇ ਦਾ ਸਾਡਾ ਪਹਿਲਾਂ ਪੰਜਾਬ ਜ਼ਿਲ੍ਹੇ ਦਾ ਪ੍ਰਧਾਨ ਵਾ, ਹੁਣ ਇਸ ਵੇਲੇ ਚੇਅਰਮੈਨ ਹੀ ਉਹਦੇ ਕੋਲ ਜ਼ਿਲ੍ਹੇ ਦੀ। ਕੋਈ ਗੱਲਬਾਤ ਜਦੋਂ ਕਿਸੇ ਗੱਲ ਦਾ ਰੌਲਾ ਪੈਂਦਾ ਤੇ ਸੁਣਾਈ ਤਾਂ ਹੀ ਹੁੰਦੀ ਆ। ਅਸੀਂ ਤੁਹਾਡੇ ਨਾਲ ਸ਼ਾਮਲ ਨਹੀਂ ਹੋਏ, ਸ਼ਹਿਰ ਵਾਸੀਆਂ ਨਾਲ ਸ਼ਾਮਲ ਨਹੀਂ ਹੋਏ। ਜਦੋਂ ਕੋਈ ਗਲਤ ਕੰਮ ਕਰਦਾ ਤੇ ਅਸੀਂ ਸ਼ਾਮਲ ਨਾਲ ਉਸ 'ਚ, ਅਸੀਂ ਉਹਦੇ ਨਾਲ, ਸਾਡੀ ਸਰਕਾਰ ਵਾ, ਅਸੀਂ ਸਰਕਾਰ ਦੇ ਖਿਲਾਫ ਕੋਈ ਗੱਲ ਨਹੀਂ ਕਰਦੇ। ਅਸੀਂ SDM ਦੇ ਖਿਲਾਫ ਅੱਜ ਸਾਰੇ ਜਿਹੜੀ ਇਹ ਜਿੰਨੇ ਬੰਦਾ ਬੈਠਾ 500-400 ਬੰਦਾ, ਬਾਹਰ ਵੀ ਬੈਠੇ ਆ ਬੰਦੇ, ਇੱਥੇ ਵੀ ਬੈਠੇ ਆ, ਸਾਰੇ ਬੰਦੇ ਸਾਈਨ ਕਰਨ ਲੱਗੇ ਆ ਕਿ ਇਹ ਕਰਪਟ ਅਫਸਰ ਆ, ਇਹਦੀ CBI ਜਾਂ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਆ। ਸਰਦਾਰ ਭਗਵੰਤ ਮਾਨ ਤੋਂ, ਇਹ CM ਭਗਵੰਤ ਮਾਨ ਤੋਂ ਆਸ ਰੱਖਦੇ ਸਾਰੇ ਕਿ ਉਹਨਾਂ ਤੋਂ ਇਹਦੀ ਜਾਂਚ ਹੋਣੀ। 6-7 ਸਾਲ ਇਹਨੂੰ ਲੱਗੇ ਨੂੰ ਹੋਇਆ, ਇਹਨੇ ਬੜਿਆਂ ਨਜਾਇਜ਼ ਤਰੀਕਿਆਂ ਨਾਲ ਪਾਲਿਸੀਆਂ ਬਣਾ ਕੇ ਲੋਕਾਂ ਇੱਥੋਂ ਦੀ ਜਨਤਾ ਨੂੰ ਲੁੱਟਿਆ ਤੇ ਕੁੱਟਿਆ। ਕੁੱਟੇ ਦਾ ਮਤਲਬ ਜੋ ਤਸ਼ੱਦਦ ਕਰਨਾ ਉਹ ਕੁੱਟਿਆ ਹੀ ਹੋ ਜਾਂਦਾ, ਜਿਸ ਤਰ੍ਹਾਂ ਹੁਣ 20 ਦਿਨ ਹੋ ਗਏ ਜਲੀਲ ਹੋਣ ਦੇ ਆ। ਲੁੱਟੇ ਨੂੰ ਇਹ ਕਹਿੰਦੇ ਆ ਵੀ ਵੱਧ ਰੇਟ ਵਧਾ ਕੇ ਕੀਤਾ, ਆਪਣੇ ਮੁਤਾਬਕ ਇਹਨੇ ਵੱਧ ਰੇਟ ਕਾਹਦੇ ਲਈ ਵਧਾਏ ਆ? ਸਾਨੂੰ ਤੇ ਵੀ ਸੁਣਨ 'ਚ ਆਉਂਦਾ ਵੀ ਰੇਟ ਪੂਰੇ ਅੱਪ ਕਰਕੇ ਤੇ ਜਿਹਨਾਂ ਕਿ ਵੱਡੀ ਪ੍ਰਾਪਰਟੀ ਦੀ ਰਜਿਸਟਰੀ ਕਰਾਉਣੀ ਉਹਨਾਂ ਨੂੰ ਘੱਟ ਵੀ ਕਰ ਦਿੰਦੇ ਅੰਦਰ ਖਾਤੇ ਬਹਿ ਕੇ, ਕਿਉਂਕਿ 5-7 ਲੱਖ ਲੈ ਲੈਂਦੇ ਹੋਣਗੇ। ਇਹ ਤੇ ਹੁਣ ਜੋ CBI ਜਾਂਚ ਜਾਂ ਇਨਵੈਸਟੀਗੇਸ਼ਨ ਹੋਊਗੀ, ਸਰਦਾਰ ਭਗਵੰਤ ਮਾਨ ਨੂੰ ਪੂਰੇ 500 ਬੰਦੇ ਦੇ ਸਾਈਨ ਕਰਾ ਕੇ ਅਸੀਂ ਦੇਣ ਲੱਗੇ ਹਾਂ, ਪੂਰੇ ਸ਼ਹਿਰ ਦੇ CM ਆਪਣੇ MCਆਂ ਦੇ ਸਾਈਨ ਕਰਾਉਣ ਲੱਗੇ ਹਾਂ, ਇਲਾਕੇ ਦੇ ਸਰਪੰਚਾਂ ਦੇ ਸਾਈਨ ਹੋਣ ਲੱਗੇ ਆ, ਮੋਹਤਵਾਰ ਬੰਦਿਆਂ ਦੇ ਹੋਣ ਲੱਗੇ, ਯੂਨੀਅਨਾਂ ਦੇ ਸਾਈਨ ਹੋਣ ਲੱਗੇ ਆ। 500-700 ਬੰਦੇ ਨੇ ਇੱਥੇ ਸਾਈਨ ਕਰਕੇ ਦੇਣੇ ਆ ਤੇ ਅੱਗੇ ਭਗਵੰਤ ਮਾਨ ਸਾਹਿਬ ਤੋਂ CM ਤੋਂ ਆਸ ਰੱਖਦੇ ਹਾਂ ਵੀ ਇਹਨਾਂ ਆਸਾਂ ਤੇ ਖਰੇ ਉਤਰਨਗੇ, ਕਿਉਂਕਿ ਇਹਨੇ ਬਹੁਤ ਜ਼ਿਆਦਾ ਸਾਡੀ ਜਨਤਾ ਨੂੰ ਖੱਜਲ ਖਰਾਬ ਕੀਤਾ। ਇਹ ਗਾੜੀ ਉੱਪਰ ਕੋਈ ਲਿੰਕ ਕਰਕੇ ਜਿਹੜੇ ਆਫੀਸਰ ਹੁੰਦੇ ਆ, ਆਫੀਸਰਾਂ ਦੀ ਲਾਈਨ ਆ, ਉਸ ਲੌਬੀ 'ਚ ਇਹਨੇ ਆਪਦਾ ਨਾਮ ਮਜ਼ਬੂਤ ਰੱਖ ਕੇ ਤੇ ਇਹ ਇਸੇ ਚੀਜ਼ 'ਤੇ ਟਿਕਿਆ ਰਿਹਾ। ਵਿਰੋਧ ਤੇ ਬੜੇ ਚਿਰ ਦਾ ਹੁੰਦਾ ਰਿਹਾ। ਹੁਣ ਬਾਕੀ ਮਾਨ ਸਾਹਿਬ ਕੋ, ਸਾਡੇ CM ਸਾਹਿਬ ਕੋ ਗੱਲ ਪਹੁੰਚ ਜੂਗੀ। ਪਹਿਲਾਂ ਤਾਂ ਇਹਨਾਂ ਨੂੰ ਸਸਪੈਂਡ ਕਰਨਗੇ, ਮੁੜ ਕੇ ਇਹਨਾਂ ਦੀ CBI ਜਾਂਚ ਕਰਾਉਣਗੇ। ਅੱਜ ਜੀ ਅਸੀਂ ਜਿਹੜੇ ਆ ਕਲੈਕਟਰੇਟ ਦੇ ਸਬੰਧ ਦੇ ਵਿੱਚ ਜਿਹੜਾ ਸਾਨੂੰ SDM ਸਾਹਿਬ ਵੱਲੋਂ ਲਾਰਾ ਲਾਇਆ ਗਿਆ ਸੀਗਾ ਵੀ ਤੁਹਾਡੇ ਜਿਹੜੇ ਕਲੈਕਟਰੇਟ ਉਹ ਘੱਟ ਕੀਤੇ ਜਾਣਗੇ, ਉਹਦੇ ਵਿੱਚ ਸਾਡੀ ਮੀਟਿੰਗ ਜਿਹੜੀ ਆ DC ਸਾਹਿਬ ਨਾਲ ਵੀ ਹੋਈ, SDM ਸਾਹਿਬ ਨਾਲ ਵੀ ਹੋਈ। ਉਹਦੇ ਵਿੱਚ ਸਾਨੂੰ ਇੱਥੇ ਖਲੋ ਕੇ ਸਾਨੂੰ ਵਿਸ਼ਵਾਸ ਦਿਵਾ ਗਏ ਆ ਵੀ ਤੁਹਾਡੇ ਜਿਹੜੇ ਕਲੈਕਟਰੇਟ ਆ, ਮੀਟਰਾਂ ਦਾ ਮਸਲਾ ਵਾ, NOC ਦਾ ਮਸਲਾ ਵਾ, ਉਹ ਸਾਰੇ ਤੁਹਾਡੇ ਹੱਲ ਕੀਤੇ ਜਾਣਗੇ। ਸਾਨੂੰ 1 ਹਫ਼ਤੇ ਦਾ ਟਾਈਮ ਦਿੱਤਾ ਗਿਆ ਸੀ, ਅੱਜ ਤਕਰੀਬਨ ਦੂਜਾ ਹਫ਼ਤਾ ਹੋ ਗਿਆ, ਫਿਰ ਵੀ ਕੋਈ ਹੱਲ ਨਹੀਂ ਹੋਇਆ। ਉਹਦੇ ਸਬੰਧ ਵਿੱਚ ਅੱਜ ਅਸੀਂ ਸਾਰੇ ਜਿਹੜੇ ਆ ਉਹ ਫਿਰ ਦੁਬਾਰਾ ਇਕੱਠੇ ਹੋਏ। SDM ਇਕੱਲੇ ਵੱਲੋਂ ਨਹੀਂ, ਇੱਕ ਤਰਨਤਾਰਨ ਦੇ MLA ਡਾਕਟਰ ਕਸ਼ਮੀਰ ਸਿੰਘ ਸੋਹਲ ਵੱਲੋਂ ਵੀ, ਕਿਉਂਕਿ ਉਹਨਾਂ ਵੱਲੋਂ ਇੱਕ ਨਵੀਂ ਯੂਨੀਅਨ ਸਾਡੇ ਬਰਖਲਾਫ, ਅਸੀਂ ਸਾਰਿਆਂ ਦੇ ਸਾਂਝੇ ਆ, ਇਹੋ ਜਿਹੀ ਕੋਈ ਗੱਲ ਨਹੀਂ ਵੀ ਅਸੀਂ ਕਿਸੇ ਦੇ ਬਰਖਲਾਫ ਆ, ਪਰ ਉਹਨਾਂ ਵੱਲੋਂ ਆਪਣੇ ਹਿੱਤ ਦੇ ਵਿੱਚ ਇੱਕ ਯੂਨੀਅਨ ਤਿਆਰ ਕੀਤੀ ਜਾਂਦੀ ਆ। ਉਹਨਾਂ ਨੂੰ SDM ਸਾਹਿਬ ਦੇ ਨਾਲ ਮਤਲਬ ਮੀਟਿੰਗ ਕਰਾਉਣਗੇ, ਇਹ ਜਿਹੜਾ ਮਸਲਾ ਉਹਨਾਂ ਦੇ ਥਰੂ ਹੱਲ ਕਰਾਉਣਗੇ। ਇਹ ਕੱਲ੍ਹ ਦੀ ਜਿਹੜੀ ਉਹਨਾਂ ਨੇ ਜਿਹੜੀ ਆ ਨਵੀਂ ਯੂਨੀਅਨ ਜਿਹੜੀ ਉਹ ਤਿਆਰ ਕਰ ਲਈ ਆ। ਇਹ ਨਾਲ DC ਸਾਹਿਬ ਦੇ ਕੋਲੇ ਗਏ, DC ਸਾਹਿਬ ਦੇ ਕੋਲੇ ਜਾ ਕੇ ਉੱਥੇ ਮੰਗਾਂ ਸਾਡੀਆਂ ਮੰਨੀਆਂ। ਉਸ ਤੋਂ ਬਾਅਦ DC ਸਾਹਿਬ ਨੇ ਆਖਿਆ ਵੀ ਉੱਥੇ ਜਾ ਕੇ ਮੀਡੀਆ ਸਾਹਮਣੇ ਬੋਲੋ। ਮੀਡੀਆ ਸਾਹਮਣੇ ਸਾਰੀ ਗੱਲਬਾਤ ਕਰਕੇ ਸਾਡਾ ਜਿਹੜਾ ਧਰਨਾ ਚੁਕਾਇਆ। ਅਸੀਂ ਉਹਨਾਂ ਦੇ ਕਹਿਣ ਦੇ ਵਿੱਚ ਵੀ ਚਲੋ ਕੋਈ ਖੱਜਲ ਖਰਾਬੀ ਨਾ ਹੋਵੇ, ਇਸ ਕਰਕੇ ਅਸੀਂ ਧਰਨਾ ਚੁੱਕਿਆ, ਪਰ ਇਹਨਾਂ ਨੇ ਸਾਡੀ ਉਸ ਤੋਂ ਬਾਅਦ ਕੋਈ ਆਵਾਜ਼ ਨਹੀਂ ਪੁੱਛੀ। ਬਿਲਕੁਲ ਜੀ ਅਸੀਂ ਧਰਨਾ ਲਾਵਾਂਗੇ, ਹੁਣ ਬੋੜੀ ਚੌਂਕ ਦੇ ਵਿੱਚ ਲਾਵਾਂਗੇ, ਉਨੀ ਦੇਰ ਤੱਕ ਨਹੀਂ ਚੁੱਕਾਂਗੇ ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਨਾ ਮੰਨਣਗੇ। ਪਹਿਲਾਂ ਅਸੀਂ ਤਹਿਸੀਲ ਕਰਾਈ ਸੀ ਬੰਦ, ਝਬਾੜ, ਭਿੱਖੀਵਿੰਡ, ਹੁਣ ਪੂਰੇ ਜ਼ਿਲ੍ਹੇ ਦੀਆਂ ਤਹਿਸੀਲਾਂ ਬੰਦ ਹੋਣਗੀਆਂ। ਅੰਮ੍ਰਿਤਸਰ ਦੀ ਵੀ ਤੁਸੀਂ ਆਵਾਜ਼ ਸੁਣ ਲਈ ਹੋਣੀ, ਉਹ ਵੀ ਲੱਗੇ ਧਰਨਾ ਲਾਉਣ। ਅਸੀਂ ਤਕਰੀਬਨ ਹੌਲੀ ਹੌਲੀ ਪੂਰੇ ਪੰਜਾਬ ਦੇ ਵਿੱਚ ਫਿਰ ਲਾਵਾਂਗੇ। ਇਹਦਾ ਜ਼ਿੰਮੇਵਾਰ ਤਰਨਤਾਰਨ ਦਾ SDM ਤੇ MLA ਹੋਊਗਾ, ਹੋਰ ਕੋਈ ਨਹੀਂ ਹੋਊਗਾ ਜੀ। ਉਹ MLA ਸਾਹਿਬ ਦੇ ਚੇਤੇ ਬੰਦੇ ਜਿਹੜੇ, ਉਹਨਾਂ ਵੱਲੋਂ ਜਿਹੜੇ ਇੱਕ ਦਿਨ ਵੀ ਸਾਡੇ ਧਰਨੇ ਦੇ ਵਿੱਚ ਨਹੀਂ ਆਏ, ਇੱਕ ਦਿਨ ਵੀ ਕਿਤੇ ਕਹਿ ਦੇਣ ਹਾਂ ਦਾ ਨਾਰਾ ਸਾਡੇ ਨਾਲ ਆ ਕੇ ਨਹੀਂ ਮਾਰਿਆ ਉਹਨਾਂ ਨੇ, ਉਹਨਾਂ ਬੰਦਿਆਂ ਵੱਲੋਂ ਯੂਨੀਅਨ ਬਣਾਈ ਗਈ ਆ ਇਸ ਯੂਨੀਅਨ ਦੇ ਬਰਖਲਾਫ। ਦੂਜੀ ਗੱਲ ਉਹ ਕਹਿੰਦੇ ਆ ਵੀ MLA ਸਾਹਿਬ ਨੂੰ ਚੰਗੀ ਤਰ੍ਹਾਂ ਸਮਝਾ ਨਹੀਂ ਸਕੇ। ਇਹ ਜਿਹੜੇ ਬੰਦੇ ਸਾਨੂੰ ਲੈ ਕੇ ਜਾਂਦੇ ਰਹੇ ਆ, ਇਹ ਨਾਲ ਜਾਂਦੇ ਰਹੇ ਆ, ਇਹਨਾਂ ਦਾ ਉਦੋਂ ਦਿਮਾਗ ਕੰਮ ਨਹੀਂ ਕੀਤਾ। ਆਹ ਜਿਹੜਾ 150-200 ਬੰਦਾ ਜਿਹੜਾ ਨਾਲ ਜਾਂਦਾ ਰਿਹਾ, ਉਹ ਸਾਰੇ ਸ਼ਦਾਈ, ਉਹ ਇਕੱਲਾ ਹੀ ਸਿਆਣਾ ਤੇ ਜਿਹੜਾ ਸਮਝਾਉਣ ਡਿਆ ਅੱਜ ਉਹਦੀ ਗੱਲ ਸਮਝ ਆ ਗਈ, ਸਾਡੀ ਨਹੀਂ ਆਈ। ਇਹ ਜਿਹੜਾ ਇੱਕ ਸਿਰਫ ਔਰ ਸਿਰਫ ਪ੍ਰੋਪੇਗੈਂਡਾ ਕੀਤਾ ਜਾ ਰਿਹਾ, ਸਿਰਫ ਨਵੀਂ ਯੂਨੀਅਨ ਬਣਾ ਕੇ ਕ੍ਰੈਡਿਟ ਲੈਣ ਦੀ ਗੱਲ ਕੀਤੀ ਜਾ ਰਹੀ, ਹੋਰ ਕੋਈ ਵੀ ਗੱਲ ਨਹੀਂ ਹੈਗੀ। ਸਿਰਫ ਜਿਹੜੇ ਆਪਣੇ MLA ਦੇ ਬੰਦਿਆਂ ਨੂੰ ਅੱਗੇ ਕਰਨਾ ਚਾਹੁੰਦੇ ਆ। ਅਸੀਂ ਤਾਂ ਹਰ ਇੱਕ ਬੰਦੇ ਦੀ ਆਵਾਜ਼ ਉਠਾਉਂਦੇ ਆ। ਇਹਦੇ ਵਿੱਚ ਕੋਈ ਵੀ ਜੇ ਕਿਸੇ ਪਾਰਟੀ ਦੇ ਨਾਲ ਸੰਬੰਧ ਨਹੀਂ, ਹਰ ਇੱਕ ਪਾਰਟੀ ਦਾ ਨੁਮਾਇੰਦਾ ਇਹਦੇ ਵਿੱਚ ਆ, ਹਰ ਇੱਕ ਪਾਰਟੀ ਦੇ ਬੰਦੇ ਨਾਲ ਜੁੜੇ ਆ ਇਹਦੇ ਵਿੱਚ। ਹੁਣ ਜਦੋਂ ਉਹ ਕਹੀ ਜਾਂਦੇ ਵੀ ਫਲਾਣੀ ਪਾਰਟੀ ਆ, ਢੀਂਗੜੀ ਪਾਰਟੀ ਦਾ, ਅਸੀਂ ਤਾਂ ਕਦੇ ਕਿਸੇ ਨੂੰ ਕੋਈ ਵੋਟ ਆਖ ਨਹੀਂ ਗਏ,
ਕੁਛ ਕਰ ਨਹੀਂ ਗਏ। ਇਹ ਤੇ ਲੋਕ ਐਵੇਂ ਜਿਹੜਾ ਨਾ ਗਲਤ ਪ੍ਰਚਾਰ ਕਰਨ ਡਏ ਆ। ਇੱਕ ਸਿਰਫ ਔਰ ਸਿਰਫ ਜਿਹੜੀ ਯੂਨੀਅਨ ਸਹੀ ਕੰਮ ਕਰਦੀ ਆ ਉਹਦੇ ਬਰਖਲਾਫ ਜਿਹੜੀ ਇਹਨਾਂ ਨੇ ਖੜੀ ਕੀਤੀ ਹੈ। ਜਿਹੜੀ ਯੂਨੀਅਨ ਬਣਾਈ ਗਈ ਉਹਦਾ ਕੀ ਨਾਂ ਰੱਖਿਆ ਗਿਆ ਨਾਮ? ਹਾਲੇ ਕੋਈ ਵੀ ਨਾਂ ਨਹੀਂਗਾ। ਹਾਲੇ ਡਬਰੂ ਸਰੋਈ ਚੱਲਣ ਦੇ ਆ। ਡਾਕਟਰ ਕਸ਼ਮੀਰ ਸਿੰਘ ਸੋਲ ਪ੍ਰਾਪਰਟੀ ਯੂਨੀਅਨ ਆ ਉਹ। ਦੇਖੋ ਇਹਦੇ 'ਚ ਉਹਨਾਂ ਦੀਆਂ ਨਾ 2-3 ਮੰਗਾਂ ਸਨ। ਇੱਕ ਤੇ ਰਿਗਾਰਡਿੰਗ ਸੀਗਾ NOC ਦਾ ਇਸ਼ੂ ਸੀਗਾ। NOC ਦਾ ਜਿਹੜਾ ਸਾਰੇ ਸਟੇਟ ਦਾ ਮਸਲਾ ਵੇ ਉਹ ਉਹਨਾਂ ਨੇ ਕਿਹਾ ਸੀ ਜਿਹੜੀ ਉਹਨਾਂ ਦੀ ਮੰਗ ਹੈ ਮਾਣਯੋਗ ਸਰਕਾਰ ਨੂੰ ਭੇਜ ਦਿੱਤੀ ਜਾਏਗੀ, ਪੰਜਾਬ ਸਰਕਾਰ ਨੂੰ ਭੇਜ ਦਿੱਤੀ ਜਾਏਗੀ। ਜੋ ਵੀ ਪੰਜਾਬ ਸਰਕਾਰ ਫੈਸਲਾ ਲਏਗੀ ਉਹ ਲਾਗੂ ਹੋਏਗਾ, ਉਹ ਸਾਰੇ ਪੰਜਾਬ ਤੇ ਲਾਗੂ ਹੋਣਾ ਵੇ। ਸੋ ਉਹਨਾਂ ਦਾ ਜਿਹੜਾ ਮੰਗ ਪੱਤਰ ਸੀ ਮੇਰੇ ਵੱਲੋਂ DC ਸਾਹਿਬ ਨੂੰ ਭੇਜਤਾ ਗਿਆ ਤੇ ਹੋਪਫੁਲੀ DC ਸਾਹਿਬ ਵੱਲੋਂ ਜਿਹੜਾ ਉਹ ਸਰਕਾਰ ਨੂੰ ਭੇਜ ਦਿੱਤਾ ਗਿਆ ਹੋਏਗਾ। ਦੂਜੀ ਉਹਨਾਂ ਦੀ ਮੰਗ ਸੀ ਜਿਹੜੀ ਕਿ ਰਜਿਸਟਰੀਆਂ ਜਿਹੜੀਆਂ ਹੁੰਦੀਆਂ ਬਾਏ ਪਾਰਟਸ ਹੁੰਦੀਆਂ ਜਿੱਥੇ ਲੋਕਲ ਸ਼ਹਿਰ ਦੇ ਵਿੱਚ, ਉਹਦੇ ਵਿੱਚ ਆਪਾਂ ਇਸ ਤਰ੍ਹਾਂ ਕੀਤਾ ਸੀਗਾ ਵੀ ਜਿਹੜੇ ਸ਼ਹਿਰ ਦਾ ਕੋਰ ਏਰੀਆ ਉੱਥੇ NOC ਦੀ ਲੋੜ ਨਹੀਂ ਹੋਈ। ਇਨਫੈਕਟ ਇਹ ਇਨੀਸ਼ੀਏਟ ਮੇਰੇ ਵੱਲੋਂ ਹੀ ਲਿਆ ਗਿਆ ਸੀਗਾ। ਉਹ ਕਰਕੇ ਅਸੀਂ DC ਸਾਹਿਬ ਨੂੰ ਮੈਡਮ ਨੂੰ ਭੇਜ ਦਿੱਤਾ ਹੋਵੇ ਤੇ ਦੈਨ ਉਹ ਪਬਲਿਸ਼ਰ ਵੀ ਕਰ ਦਿੱਤਾ ਗਿਆ ਹੋਵੇ। ਉਹਦੇ ਵਿੱਚ ਆਪਾਂ ਇਸ ਤਰ੍ਹਾਂ ਕੀਤਾ ਜਿਹੜਾ ਵੀ ਏਰੀਆ ਸ਼ਹਿਰ ਦੇ ਕੋਰ ਏਰੀਆ ਹੈਗਾ ਜਿਹੜਾ ਕਮੇਟੀ ਦਾ ਕੋਰ ਏਰੀਆ, ਉੱਥੇ ਮਾਲਕੀ ਕਮੇਟੀ ਦਫ਼ਤਰ 'ਚ ਆਲਰੇਡੀ ਚੜ੍ਹੀ ਹੈ, ਉੱਥੇ ਤੇ NOC ਦੀ ਲੋੜ ਹੀ ਨਹੀਂ ਹੈਗੀ। ਉਹ ਇਹਨਾਂ ਨੂੰ ਸਾਰਿਆਂ ਨੂੰ ਸਪਸ਼ਟ ਵੀ ਕਰਤਾ ਕਿ ਅਨਾਉਂਸ ਵੀ ਕੀਤਾ ਗਿਆ ਸੀਗਾ। ਹਾਂ ਉੱਥੇ ਜਿੱਥੇ ਕਿਤੇ ਮਾਲਕੀ ਕੀ ਕਿਸੇ ਦਾ ਡਿਊਜ਼ ਕੋਈ ਖੜਾ ਹੋਵੇ, ਕਿਤੇ ਬਿਜਲੀ ਦਾ ਬਿੱਲ ਖੜਾ ਹੋਵੇ, ਪਾਣੀ ਦਾ ਬਕਾਇਆ ਖੜਾ ਜਾਂ ਹੋਰ ਨਕਸ਼ਾ ਪਾਸ ਕੋਈ ਤਰ੍ਹਾਂ ਦੀ ਕੋਈ ਫੀਸ ਕਮੇਟੀ ਦੀ ਉਹਦਾ ਕੋਈ ਪੈਂਡਿੰਗ ਹੈ, ਪ੍ਰਾਪਰਟੀ ਟੈਕਸ ਪੈਂਡਿੰਗ ਹੈਗਾ, ਉਸ ਕੇਸ ਦੇ ਵਿੱਚ ਉਹ ਕਮੇਟੀ ਤੋਂ ਆਪਣਾ NOC ਲੈ ਕੇ NDC ਲੈ ਕੇ ਨੋਟ NOC ਨੋ ਡਿਊ ਸਰਟੀਫਿਕੇਟ ਲੈ ਕੇ ਉਹ ਆਪਣੀ ਰਜਿਸਟਰੀ ਕਰ ਸਕਦਾ। ਤੇ ਮੰਨ ਲਓ ਜੇ ਕਿਸੇ 10 ਮਰਲੇ ਜ਼ਮੀਨ ਹੈ, 12 ਜ਼ਮੀਨ ਹੈ, ਪਲਾਟ ਹੈਗਾ, ਮਕਾਨ ਹੈ, ਉਹ ਪ੍ਰਾਪਰਟੀ ਦੁਕਾਨਾਂ 4 ਨੇ ਤੇ ਉਹਨੇ ਪਹਿਲੋਂ 4 ਦੀ NOC ਲਈ ਹੋਈ ਹੈ ਪੁਰਾਣੇ ਸਮੇਂ ਦੀ, ਤੇ ਉਹ 2 ਵੇਚਣਾ ਤਾਂ ਵੇਚ ਸਕਦਾ ਵੇ। ਉਹਦੇ ਵਿੱਚ ਬਾਈ ਪਾਰਟਸ ਦੀ ਕੋਈ ਕੰਡੀਸ਼ਨ ਨਹੀਂ ਹੈਗੀ। ਤੀਜੀ ਇੱਕ ਜਿਹੜੀ ਇਹਨਾਂ ਦੀ ਮੰਗ ਸੀ ਜਿਹੜੀ ਕਲੈਕਟਰ ਰੇਟ ਜਿਹੜੇ ਹੈਗੇ ਉਹ ਰਿਡਿਊਸ ਕਰਨ ਦੇ ਰਿਗਾਰਡਿੰਗ ਸੀ। ਇਹਨਾਂ ਦਾ ਇੱਕ ਕਹਿਣਾ ਸੀਗਾ ਵੀ ਜਿਹੜੇ ਕਲੈਕਟਰ ਰੇਟ ਨੇ ਕਿਸੇ ਪਰਸੈਂਟੇਜ ਵਾਈਜ਼ ਕੀਤੇ ਜਾਣ। ਚਲੋ ਜਿਹੜੇ ਕਲੈਕਟਰ ਰੇਟ ਜਦੋਂ ਵੀ ਕਿਤੇ ਰਿਵਾਈਜ਼ ਹੁੰਦੇ ਨੇ ਉਹ DC ਸਾਹਿਬ ਦੀ ਆਗਿਆ ਨਾਲ ਕੋਈ DC ਸਾਹਿਬ ਕੰਪੀਟੈਂਟ ਅਥਾਰਟੀ ਨੇ ਰਿਵਾਈਜ਼ ਕਰਨ ਦੀ, ਤਹਿਸੀਲਦਾਰ ਸਾਹਿਬ ਪ੍ਰਪੋਜ਼ ਕਰਦੇ ਨੇ, ਅਸੀਂ ਉਹਨੂੰ ਫਾਰਵਰਡ ਕਰਦੇ ਹਾਂ ਬਤੌਰ STM। ਜੋ ਤਹਿਸੀਲਦਾਰ ਸਾਹਿਬ ਨੇ ਸਾਨੂੰ ਫਾਰਵਰਡ ਕੀਤਾ ਐਜ਼ ਪਰ ਡਾਇਰੈਕਸ਼ਨ ਆਨਰੇਬਲ ਡਿਪਟੀ ਕਮਿਸ਼ਨਰ ਉਸ ਸਮੇਂ ਦੇ, ਉਹ ਮੇਰੇ ਵੱਲੋਂ ਉਹਨਾਂ ਨੂੰ ਫਾਰਵਰਡ ਕਰਤਾ ਗਿਆ। ਤੇ DC ਸਾਹਿਬ ਨੇ ਉਹ ਰੇਟ ਕਮੇਟੀ ਦੇ ਵਿੱਚ ਇੱਕ ਮੀਟਿੰਗ ਹੁੰਦੀ ਹੈ, DC ਸਾਹਿਬ ਦੇ ਚੇਅਰਮੈਨ ਹੁੰਦੇ, DRO ਜਿਹੜਾ ਮੀਟਿੰਗ ਕਨਵੀਨ ਕਰਾਉਂਦਾ ਵੇ, ਡਿਸਟ੍ਰਿਕਟ ਰੈਵਨਿਊ ਅਫਸਰ ਜਿਹੜਾ ਸਾਰੇ ਇਸ ਕੰਮ ਨੂੰ ਕੰਟਰੋਲ ਕਰਦਾ ਵੇ ਕਲੈਕਟਰ ਰੇਟਾਂ ਨੂੰ, ਉਹ ਡਿਸਟ੍ਰਿਕਟ ਰੈਵਨਿਊ ਅਫਸਰ ਦੇ ਮੈਂਬਰ ਸੈਕਟਰੀ ਹੁੰਦੇ ਨੇ। ਮੀਟਿੰਗ ਕਨਵੀਨ ਹੋ ਕੇ ਤੇ ਦੈਨ ਉਹ ਰੇਟ ਅਪਰੂਵ ਹੋ ਜਾਂਦੇ ਨੇ, ਉਹ ਜੋ ਕਿ ਸਾਡੇ ਪਿਛਲੇ ਸਮੇਂ ਦੇ ਵਿੱਚ ਹੋ ਗਏ ਜਿਹੜੇ DC ਸਾਹਿਬ ਦੇ ਆਰਡਰ ਅਨੁਸਾਰ। ਹੁਣ ਕੁਛ ਇੱਕ ਪ੍ਰੋਪਰਟੀ ਡੀਲਰ ਜਿਹੜੇ ਹੈਗੇ ਨੇ ਉਹ ਕਹਿੰਦੇ ਨੇ ਜੀ ਰੇਟ ਜਿਹੜੇ ਕਲੈਕਟਡ ਕੰਪੈਰੇਟਿਵਲੀ ਮਾਰਕੀਟ ਰੇਟ ਤੋਂ ਜ਼ਿਆਦਾ ਨੇ। ਵੈਸੇ ਤੇ ਜਿਹੜੇ ਕਲੈਕਟਡ ਮਾਰਕੀਟ ਰੇਟ ਦੇ ਬਰਾਬਰ ਹੋਣੇ ਚਾਹੀਦੇ। ਚਲੋ ਜੇ ਕਿਤੇ ਜ਼ਿਆਦਾ ਹੈਗੇ ਨੇ, ਜੇ ਕਿਤੇ ਇੱਦਾਂ ਦੀ ਗੱਲ ਹੈਗੀ ਧਿਆਨ ਦੇ ਵਿੱਚ ਆਇਆ, ਇਹਨਾਂ ਨੇ ਦੱਸਿਆ, ਉਹ ਇਹਨਾਂ ਦਾ ਮੰਗ ਪੱਤਰ ਮੈਂ ਤਹਿਸੀਲਦਾਰ ਮੈਡਮ ਨੂੰ ਭੇਜ ਦਿੱਤਾ ਹੋਇਆ ਵੇ ਤਾਂ ਕਿ ਉਹਨੂੰ ਰਿਵਿਊ ਕੀਤਾ ਜਾਵੇ। ਜੇ ਕਿਤੇ ਜ਼ਿਆਦਾ ਕਿਸੇ ਦੇ ਰੇਟ ਹੈਗੇ ਨੇ ਜਿਸ ਏਰੀਏ ਦੇ ਮਾਰਕੀਟ ਰੇਟ ਨਾਲੋਂ ਜ਼ਿਆਦਾ ਨੇ ਤੇ ਉਹਨੂੰ ਰਿਵਿਊ ਕਰ ਲਿਆ ਜਾਵੇ। ਤਹਿਸੀਲਦਾਰ ਸਾਹਿਬ ਨੇ ਪਟਵਾਰੀਆਂ ਨੂੰ ਕਹਿੰਦੇ ਪਟਵਾਰੀਆਂ ਵੱਲੋਂ ਕਿਤੇ ਇਸ ਗੱਲ ਤੇ ਕੋਈ ਆਨਾਕਾਨੀ ਕੀਤੀ ਗਈ, ਉਹਨਾਂ ਨੇ ਅਸਮਰਥ ਪ੍ਰਗਟ ਕੀਤੀ, ਜਿਹਦੇ ਬਾਰੇ ਮੈਂ ਮਾਨਯੋਗ DC ਸਾਹਿਬ ਨੂੰ ਪੋਜੀਸ਼ਨ ਸਾਰੀ ਉਹਨਾਂ ਦੇ ਧਿਆਨ ਦੇ ਵਿੱਚ ਲੈ ਆਂਦੀ ਤੇ ਇਹ ਡੀਲਰ ਐਸੋਸੀਏਸ਼ਨ ਦੇ ਧਿਆਨ ਦੇ ਵਿੱਚ ਲਿਆਂਦੀ ਵੀ ਇਸ ਤਰ੍ਹਾਂ ਦੀ ਸਮੱਸਿਆ ਹੈਗੀ ਹੈ। ਚਲੋ DC ਸਾਹਿਬ ਨੇ ਇੱਕ ਇਨੀਸ਼ੀਏਟ ਲਿਆ, ਸਰ ਲੁਧਿਆਣੇ ਤੋਂ ਰਹਿ ਕੇ ਨੇ, ਉਹਨਾਂ ਨੇ ਕਿਹਾ ਜਿੱਥੇ ਕਿਤੇ ਆਪਾਂ ਵੈਲੂਏਟਰ ਲਾ ਲੈਂਦੇ ਹਾਂ ਸਰਕਾਰ ਦੇ ਤਰਫ ਤੋਂ ਜਾਂ ਲੀਡ ਜਿਹੜਾ ਬੈਂਕਿੰਗ ਮੈਨੇਜਰ ਹੁੰਦੇ ਨੇ, ਲੀਡ ਡਿਸਟ੍ਰਿਕਟ ਮੈਨੇਜਰ, ਲੀਡ ਬੈਂਕਿੰਗ ਮੈਨੇਜਰ ਜਿਹੜਾ ਹੈਗਾ ਵੇ, ਉਹ ਜਦੋਂ ਵੀ ਕਿਤੇ ਪਾਸੇ ਇਲਾਕੇ ਦੇ ਵਿੱਚ ਪ੍ਰੋਪਰਟੀ ਸੇਲ ਪਰਚੇਜ਼ ਹੁੰਦੀ ਹੈ ਉਹਨਾਂ ਦਾ ਬੈਂਕ ਦਾ ਨੁਮਾਇੰਦਾ ਪ੍ਰੋਪਰਟੀ ਵੈਲਿਊਏਟ ਕਰਕੇ ਦਾ ਉਸ ਬੇਸ ਤੇ ਹੀ ਲੋਨ ਮਿਲਦਾ ਵੇ। ਸਰ ਨੇ ਕਿਹਾ ਵੀ ਅਸੀਂ ਉੱਥੋਂ ਵੈਲਿਊਏਟ ਕਰਾ ਰਹੇ ਹਾਂ ਔਰ ਸਰ ਨੇ ਆਪਣੇ ਪੱਧਰ ਤੇ DC ਸਾਹਿਬ ਨੇ ਲੀਡ ਬੈਂਕਿੰਗ ਮੈਨੇਜਰ ਨੂੰ ਫੋਨ ਕਰਕੇ ਉਹਨਾਂ ਕੋਲ ਜੋ ਵੀ ਡਾਇਰੈਕਸ਼ਨ ਤੇ ਉਹ ਮੇਰੇ ਸਾਹਮਣੇ ਦਿੱਤੀਆਂ, ਮੇਰੇ ਤੋਂ ਬਾਅਦ ਦਿੱਤੀਆਂ, ਜੋ ਵੀ ਉਹਨਾਂ ਡਾਇਰੈਕਸ਼ਨ ਜੋ ਵੀ ਉੱਧਰੋਂ ਕੋਈ ਆਉਂਦਾ ਵੇ ਸਾਨੂੰ ਰਿਪੋਰਟ ਆਉਂਦੀ ਹੈ LBM ਤੋਂ ਤੇ ਉਹ ਤਹਿਸੀਲਦਾਰ ਨੂੰ ਭੇਜ ਦਿੱਤੀ ਜਾਏਗੀ ਤੇ ਉਸ ਹਿਸਾਬ ਨਾਲ ਰੇਟਾਂ ਨੂੰ ਜਿਹੜਾ ਰਿਵਿਊ ਕਰਨਾ। ਜੇ ਕਿਤੇ ਜ਼ਿਆਦਾ ਹੋਏਗਾ ਡੈਫੀਨੇਟਲੀ ਘਟੇਗਾ, ਪਰ ਇਸ ਪ੍ਰੋਸੈਸ ਨੂੰ ਥੋੜ੍ਹਾ ਟਾਈਮ ਦਾ। ਹੁਣ ਜਿਹੜੇ ਡੀਲਰ ਭਰਾ ਨੇ ਉਹ ਕਹਿੰਦੇ ਨੇ ਵੀ ਸਾਡਾ ਠੀਕ ਹੈ, ਮੈਂ 'ਚ ਕੋਈ ਦੋ ਰਾਏ ਨਹੀਂ, ਮੈਂ ਹਫ਼ਤਾ 10 ਦਿਨ ਸਮਾਂ ਲਿਆ ਸੀਗਾ, ਪਰ ਹੁਣ ਇਸ ਐਕਚੁਅਲੀ ਜਿਹੜਾ ਲਿਆ ਸੀ ਉਹ ਸੀਗਾ ਸਾਡੇ ਤਹਿਸੀਲਦਾਰ ਲੈਵਲ ਤੋਂ ਹੀ ਮੈਨੂੰ ਰਿਵਿਊ ਹੋ ਕੇ ਆ ਜਾਏਗਾ ਤੇ ਆਪਾਂ ਉਹਨੂੰ ਲਾਗੂ ਕਰਾ ਦਿੱਤਾ ਜਾਏਗਾ, DC ਸਾਹਿਬ ਨੂੰ ਭੇਜ ਦਿੱਤਾ ਜਾਏਗਾ। ਪਰ ਉੱਥੋਂ ਉਸ ਚੈਨ ਸੋਰਸ ਤੋਂ ਸਾਡੀ ਰਿਪੋਰਟ ਜਿਹੜੀ ਹਾਲੇ ਕੋਈ ਲਾਹੇਵੰਦ ਨਹੀਂ ਆਈ ਜਿਹੜੀ ਕਿ ਆਪਾਂ ਨੂੰ ਰਿਵਿਊ ਕੀਤਾ ਜਾ ਸਕੇ। ਦੈਨ DC ਸਾਹਿਬ ਨੇ ਇੱਕ ਨੈਕਸਟ ਜਿਹੜਾ ਚੈਨਲ ਹੈਗਾ ਵੇ ਜਿਹੜਾ ਬੈਂਕਿੰਗ ਦਾ, ਉੱਥੋਂ ਰਿਪੋਰਟ ਲੈਣ ਲਈ ਉਹਨਾਂ ਨੂੰ ਡਾਇਰੈਕਸ਼ਨ ਦੇ ਦਿੱਤੀਆਂ ਹੋਈਆਂ। ਹੋ ਸਕਦਾ 2 ਦਿਨ 3 ਦਿਨ 4 ਦਿਨ ਮੈਂ ਵੀ ਇਹਨੂੰ ਫਾਲੋਅਪ ਕਰਾਂਗਾ। ਜਦੋਂ ਵੀ ਕਿਤੇ ਉੱਥੋਂ ਰਿਪੋਰਟ ਆ ਜਾਂਦੀ ਹੈ ਉਹ ਅਸੀਂ ਮਾਨਯੋਗ DC ਸਾਹਿਬ ਨੂੰ ਜਿਹੜੇ ਭੇਜ ਕੇ ਤੇ ਜੋ ਵੀ ਇਹਦੇ 'ਚ ਘਟਾਉਣਾ ਹੋਵੇ, ਜਿੱਥੇ ਕਿਤੇ ਗੁੰਜਾਇਸ਼ ਹੋਈ ਘਟਾਉਣ ਦੀ ਉੱਥੇ ਡੈਫੀਨੇਟਲੀ ਘਟਾਵਾਂਗੇ। ਉਹ ਵਚਨਬੱਧ ਘਟਾਉਣ ਦੇ ਪ੍ਰਪੋਜ਼ ਕਰਨ ਦੇ। ਇਨਫੈਕਟ ਮੇਰੇ ਵੱਲੋਂ ਘਟਣਾ ਤਾਂ ਨਹੀਂ, ਤਹਿਸੀਲਦਾਰ ਸਾਹਿਬ ਨੇ ਪ੍ਰਪੋਜ਼ ਕਰਨਾ ਵੇ, ਦੈਨ ਮੈਂ ਉਹਨੂੰ ਅੱਗੇ ਫਾਰਵਰਡ ਕਰ ਦੇਣਾ ਵੇ। ਪਰ ਜਦੋਂ ਤੁਸੀਂ ਕਹਿੰਦੇ ਅਨਫੋਰਚੂਨੇਟਲੀ ਜਿਹੜਾ ਸਾਰਾ ਭਾਂਡਾ ਹੈ ਉਹ ਤਾਂ SDM ਦੇ
ਤਹਿਸੀਲਦਾਰ ਸਾਹਿਬ ਨੇ ਰਿਵਿਊ ਐਗਜ਼ਾਮਿਨ ਕਰਨਾ ਵੇ, ਐਗਜ਼ਾਮਿਨ ਕਰ ਰੇਟ ਪ੍ਰਪੋਜ਼ ਕਰਨੇ, ਮੈਂ ਸਿਰਫ ਫਾਰਵਰਡ ਕਰਨਾ, ਡੀ ਸਾਹਿਬ ਨੇ ਘਟਾਣੇ ਜਾਂ ਵਧਾਣੇ ਹੁੰਦੇ ਨੇ। ਤੇ ਤੁਸੀਂ ਇਹਨਾਂ ਨੇ ਆਪਣੇ ਡੀਲਰ ਭਰਾਵਾਂ ਨੂੰ ਦੱਸ ਵੀ ਦਿੱਤਾ, ਪਰ ਪਤਾ ਨਹੀਂ ਕਿਉਂ ਧਰਨਾ ਜਦੋਂ ਵੀ ਐਸਡੀਐਮ ਦਫ਼ਤਰ ਐਸਡੀਐਮ ਸਾਹਿਬ ਨੇ ਰੇਟ ਘਟਾਉਂਦੇ। ਹੁਣ ਐਸਡੀਐਮ ਸਾਹਿਬ ਦਾ ਇਹ 'ਚ ਕੋਈ ਇੰਨਾ ਜ਼ਿਆਦਾ ਵੱਡਾ ਰੋਲ ਨਹੀਂ ਹੁੰਦਾ। ਇਲਾਕੇ ਦੇ ਕਲੈਕਟਰ ਜਦੋਂ ਵੀ ਘਟਦੇ ਵੱਧਦੇ ਨੇ, ਜੋ ਵੀ ਮਾਰਕੀਟ ਰੇਟ ਹੁੰਦਾ ਉਹਨੂੰ ਉਸ ਧਿਆਨ 'ਚ ਰੱਖਦੇ ਹੋਏ ਤਹਿਸੀਲਦਾਰ ਵੱਲੋਂ ਪੁੱਟ ਅਪ ਕੀਤੇ ਜਾਂਦੇ ਨੇ ਪਟਵਾਰੀਆਂ ਦੀ ਹੈਲਪ ਨਾਲ। ਐਸਡੀਐਮ ਵੱਲੋਂ ਸਿਰਫ ਫਾਰਵਰਡ ਕੀਤੇ ਨੇ, ਡੀਆਰਓ ਉਸ ਮੀਟਿੰਗ ਦਾ ਕਨਵੀਨਰ ਹੁੰਦਾ ਤੇ ਦੈਨ ਡੀਸੀ ਸਾਹਿਬ ਰੇਟ ਜਿਹੜੇ ਘਟਾਉਂਦੇ ਤੇ ਵਧਾਉਂਦੇ ਨੇ। ਇਹ ਜਿਹੜਾ ਪ੍ਰੋਸੈਸ ਹੈ, ਚਲੋ ਮੈਂ ਤੁਹਾਡੇ ਮਾਧਿਅਮ ਨਾਲ ਮੈਂ ਆਪਣੇ ਜਿਹੜੇ ਡੀਲਰ ਭਰਾ ਨੇ ਉਹਨਾਂ ਨੂੰ ਬੇਨਤੀ ਕਰਦਾ ਵਾਂ, ਉਹ ਮਾਨਯੋਗ ਡੀਸਾ ਨੂੰ ਮਿਲੇ ਵੀ ਹੈ ਤੇ ਮੈਂ ਦੱਸ ਵੀ ਦਿੱਤਾ ਸੀ ਜੋ ਪੋਜੀਸ਼ਨ ਸੀ ਵੀ ਐਲਡੀਐਮ ਨੂੰ ਇਹ ਗਿਆ ਹੋਇਆ ਮੈਟਰ, ਤੇ ਜਦੋਂ ਵੀ ਐਲਡੀਐਮ ਸਾਹਿਬ ਕੋਲ ਅੱਜ ਕੱਲ੍ਹ 'ਚ ਰਿਪੋਰਟ ਆਉਂਦੀ ਮੈਂ ਅੱਜ ਫਾਲੋ ਅਪ ਵੀ ਕਰ ਲਵਾਂਗਾ ਤੇ ਉਸ ਅਨੁਸਾਰ ਆਪਾਂ ਕਰ ਦੇਵਾਂਗੇ। ਧੰਨਵਾਦ।